ਵਾਹਿਗੁਰੂ 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 ਸਤਨਾਮ ਵਾਹਿਗੁਰੂ। ਅਜੀਤ ਵੈਬ ਟੀਵੀ ਦੇ ਪਿਆਰੇ ਦਰਸ਼ਕੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं हाँ रणजीत सिंह ढिल्लों ਅਤੇ ਇਸ ਸਮੇਂ ਅਸੀਂ ਮੌਜੂਦ ਹਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ। ਇਹ ਉਹ ਇਤਿਹਾਸਕ ਧਰਤੀ ਹੈ ਜਿੱਥੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਗਲ ਸਾਮਰਾਜ ਦੇ ਖਿਲਾਫ ਆਖਰੀ ਜੰਗ ਲੜ ਕੇ ਜ਼ਾਲਮ ਮੁਗਲ ਸਾਮਰਾਜ ਦੀਆਂ ਜੜ੍ਹਾਂ ਪੁੱਟ ਸੁੱਟੀਆਂ ਸਨ। ਇਸ ਅਸਥਾਨ 'ਤੇ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ ਜੋ ਸਿੰਘ ਬੇਦਾਵਾ ਦੇ ਕੇ 10ਵੇਂ ਪਾਤਸ਼ਾਹ ਨੂੰ ਵਾਪਸ ਚਲੇ ਗਏ ਸਨ, ਉਹ ਮਾਤਾ ਭਾਗ ਕੌਰ ਦੀ ਪ੍ਰੇਰਨਾ ਨਾਲ ਇੱਥੇ ਪਹੁੰਚੇ ਸਨ ਅਤੇ ਇਸ ਖਦਰਾਣੇ ਦੀ ਢਾਬ 'ਤੇ ਗੁਰੂ ਸਾਹਿਬ ਨਾਲ ਜੰਗ ਵਿੱਚ ਸਾਥ ਦਿੱਤਾ ਅਤੇ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਜਦੋਂ ਭਾਈ ਮਹਾਂ ਸਿੰਘ ਸਹਿਕ ਰਹੇ ਸਨ ਤਾਂ 10ਵੇਂ ਪਾਤਸ਼ਾਹ ਦੀ ਗੋਦ ਵਿੱਚ ਉਹਨਾਂ ਬੈਠੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੋ ਸਿੰਘ ਬੇਦਾਵਾ ਦੇ ਕੇ ਗਏ ਸਨ ਉਹ ਬੇਦਾਵਾ ਪਾੜ ਦਿੱਤਾ ਜਾਵੇ। ਤਾਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਧਰਤੀ 'ਤੇ ਬੇਦਾਵਾ ਪਾੜ ਕੇ 40 ਸਿੱਖਾਂ ਨਾਲ ਟੁੱਟੀ ਗੰਢ ਕੇ ਇਸ ਖਦਰਾਣੇ ਦੀ ਢਾਬ ਨੂੰ ਮੁਕਤੀ ਦੇ ਸਰ ਦਾ ਵਰਦਾਨ ਦਿੱਤਾ ਸੀ ਅਤੇ ਇਸ ਮਗਰੋਂ ਇਸ ਸ਼ਹਿਰ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ। ਇਸ ਜਗ੍ਹਾ 'ਤੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਅਤੇ ਮਾਘੀ ਵਾਲੇ ਦਿਨ ਪਵਿੱਤਰ ਮੁਕਤ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਦੇਸ਼ ਵਿਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਹਨ। ਇਸ ਜਗ੍ਹਾ 'ਤੇ ਇਤਿਹਾਸਕ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਸ਼ਹੀਦਗੰਜ ਸਾਹਿਬ ਸੁਸ਼ੋਭਿਤ ਹਨ ਅਤੇ ਇੱਥੋਂ 2 ਕਿਲੋਮੀਟਰ ਦੂਰ ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਦਾਤਨਸਰ ਸਾਹਿਬ, ਗੁਰਦੁਆਰਾ ਰਕਾਬਸਰ ਸਾਹਿਬ ਸੁਸ਼ੋਭਿਤ ਹਨ, ਜਿੱਥੇ ਮਾਘੀ ਵਾਲੇ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਦੀਆਂ ਹਨ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ ਅਤੇ ਇਤਿਹਾਸਕ ਸਥਾਨਾਂ 'ਤੇ ਮੱਥਾ ਟੇਕ ਕੇ ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਜੋ ਇਤਿਹਾਸਕ ਪ੍ਰੋਗਰਾਮ ਹੁੰਦੇ ਹਨ, ਸਮਾਗਮ ਕਰਵਾਏ ਜਾਂਦੇ ਹਨ, ਉਹਨਾਂ ਵਿੱਚ ਇਤਿਹਾਸ ਸਰਵਣ ਕਰਦੀਆਂ ਹਨ। ਆਓ ਦਰਸ਼ਨ ਕਰਦੇ ਹਾਂ ਸ਼੍ਰੀ ਮੁਕਤਸਰ ਸਾਹਿਬ ਜੀ ਦੀ ਇਤਿਹਾਸਕ ਧਰਤੀ ਤੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ। ਗੁਰਦੁਆਰਾ ਟੁੱਟੀ ਗੰਢੀ ਸਾਹਿਬ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ਼੍ਰੀ ਦਰਬਾਰ ਸਾਹਿਬ ਸ਼ਹਿਰ ਦੇ ਵਿਚਕਾਰ ਹੈ, ਜਿੱਥੇ ਮਾਘੀ ਵਾਲੇ ਦਿਨ ਅਤੇ ਹਰ ਮੱਸਿਆ ਨੂੰ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਤੇ ਸੰਗਤਾਂ ਪਵਿੱਤਰ ਮੁਕਤ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਨੇ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉਹ ਅਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਾਹਿਬ ਜੀ ਨੇ 40 ਭੁੱਲੜ ਸਿੰਘਾਂ ਦਾ ਬੇਦਾਵਾ ਭਾਈ ਮਹਾਂ ਸਿੰਘ ਜੀ ਦੇ ਸਾਹਮਣੇ ਪਾੜ ਕੇ ਮੁਕਤੀ ਪ੍ਰਦਾਨ ਕੀਤੀ ਅਤੇ ਟੁੱਟੀ ਗੰਢੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 40 ਮੁਕਤਿਆਂ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਦੇ ਨਾਲ 13, 14 ਤੇ 15 ਨੂੰ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ਦੇ ਸਬੰਧ ਦੇ ਵਿੱਚ 12 ਜਨਵਰੀ ਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਆ, ਜਿਨ੍ਹਾਂ ਦੇ ਭੋਗ 14 ਜਨਵਰੀ ਨੂੰ 6:30 ਵਜੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਪੈਣਗੇ ਤੇ ਇਸੇ ਸਬੰਧ ਦੇ ਵਿੱਚ 13 ਤੇ 14 ਨੂੰ ਭਾਈ ਮਹਾਂ ਸਿੰਘ ਦੀਵਾਨ ਹਾਲ ਦੇ ਵਿੱਚ ਧਾਰਮਿਕ ਸਮਾਗਮ ਹੋਣੇ ਨੇ, ਜਿਸ ਵਿੱਚ ਉੱਚ ਕੋਟੀ ਦੇ ਰਾਗੀ ਜਥੇ ਤੇ ਢਾਡੀ ਜਥੇ ਪਹੁੰਚਣੇ ਨੇ। ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਹਾਜ਼ਰੀਆਂ ਭਰ ਰਹੀਆਂ ਨੇ ਤੇ ਇਸੇ ਤਰ੍ਹਾਂ ਗੇਟ ਨੰਬਰ 4 ਤੋਂ ਨਗਰ ਕੀਰਤਨ ਸਜਾਇਆ ਜਾਣਾ, ਜੋ ਗੁਰਦੁਆਰਾ ਟਿੱਬੀ ਸਾਹਿਬ ਹੁੰਦਾ ਹੋਇਆ, ਦਾਤਨਸਰ ਹੁੰਦਾ ਹੋਇਆ ਸ਼ਾਮ ਨੂੰ ਸਮਾਪਤੀ ਹੋਣੀ ਹੈ ਤੇ 15 ਤਰੀਕ ਨੂੰ ਢਾਡੀ ਦਰਬਾਰ ਵੀ
ਸਵੇਰੇ 8 ਵਜੇ ਤੋਂ ਲੈ ਕੇ ਤਕਰੀਬਨ 9 ਵਜੇ ਤੱਕ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਕਰਵਾਇਆ ਜਾਣਾ ਹੈ। ਇਸ ਦੇ ਸਬੰਧ ਦੇ ਵਿੱਚ ਜਿੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ, ਉੱਥੇ ਉਹਨਾਂ ਦੇ ਸਹਿਯੋਗ ਦੇ ਵਾਸਤੇ, ਉਹਨਾਂ ਦੀ ਸਾਂਭ ਸੰਭਾਲ ਵਾਸਤੇ, ਸੇਵਾਵਾਂ ਵਾਸਤੇ ਸ੍ਰੀ ਦਰਬਾਰ ਸਾਹਿਬ ਮੁਕਤਸਰ ਵੱਲੋਂ ਲੰਗਰਾਂ ਦੇ ਪ੍ਰਬੰਧ, ਰਿਹਾਇਸ਼ ਦੇ ਪ੍ਰਬੰਧ, ਰੰਗ ਰੋਗਨ, ਸਾਫ ਸਫਾਈ, ਹਰ ਤਰ੍ਹਾਂ ਦੇ ਪ੍ਰਬੰਧ, ਸੰਗਤਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਹਰ ਤਰ੍ਹਾਂ ਦੇ ਪ੍ਰਬੰਧ ਸ੍ਰੀ ਦਰਬਾਰ ਸਾਹਿਬ ਵੱਲੋਂ ਕਰ ਲਏ ਗਏ ਨੇ ਜੀ। ਇਸ਼ਨਾਨ ਆ ਜਿਹੜਾ ਉਹ 14 ਜਨਵਰੀ ਨੂੰ ਜੋ ਮੇਲਾ ਮਾਘੀ 1 ਮਾਘ ਜੋ ਇਸ਼ਨਾਨ ਉਹ 14 ਤਰੀਕ ਦਾ ਜੀ। ਗੁਰਦੁਆਰਾ ਤੰਬੂ ਸਾਹਿਬ। ਗੁਰਦੁਆਰਾ ਤੰਬੂ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਹੈ। ਇਸ ਅਸਥਾਨ ਤੇ 40 ਮੁਕਤਿਆਂ ਨੇ ਤੁਰਕਾਂ ਦੇ ਨਾਲ ਜੰਗ ਕਰਨ ਤੋਂ ਪਹਿਲਾਂ ਉਹਨਾਂ ਦੀ ਫੌਜ ਆਂਦੀ ਵੇਖ ਕੇ ਝਾੜਾਂ ਅਤੇ ਕਰੀਰਾਂ ਦੇ ਝੁੰਡਾਂ ਤੇ ਕੱਪੜੇ ਅਤੇ ਚਾਦਰੇ ਤਾਣ ਦਿੱਤੇ ਸਨ, ਤਾਂ ਕਿ ਦੁਸ਼ਮਣਾਂ ਦੀ ਫੌਜ ਨੂੰ ਸਿੱਖਾਂ ਦੇ ਤੰਬੂ ਲੱਗੇ ਦੇਖ ਕੇ ਬਹੁਤੀ ਫੌਜ ਹੋਣ ਦਾ ਅਨੁਮਾਨ ਹੋਵੇ। ਗੁਰਦੁਆਰਾ ਸ਼ਹੀਦਗੰਜ ਸਾਹਿਬ। ਇਸ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਚੀਖਾ ਤਿਆਰ ਕਰਕੇ 40 ਮੁਕਤਿਆਂ ਦਾ ਅੰਤਿਮ ਸੰਸਕਾਰ ਕੀਤਾ ਸੀ, ਜੋ ਇਸ ਧਰਮ ਯੁੱਧ ਵਿੱਚ ਸ਼ਹੀਦ ਹੋਏ ਸਨ। ਇੱਥੇ ਹਰ ਸਾਲ 3 ਮਈ ਨੂੰ ਸ਼ਹੀਦੀ ਦਿਵਸ ਵੀ ਮਨਾਇਆ ਜਾਂਦਾ ਹੈ। ਗੁਰਦੁਆਰਾ ਮਾਈ ਭਾਗੋ। ਮਾਈ ਭਾਗੋ, ਜਿਸ ਨੇ ਮਾਝੇ ਦੇ ਸਿੱਖਾਂ ਨੂੰ ਜੋ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁਖ ਹੋਏ ਸਨ, ਪ੍ਰੇਰਨਾ ਦੇ ਕੇ ਗੁਰੂ ਜੀ ਦੇ ਲੜ ਲਾਇਆ। ਉਹਨਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ ਮੁਕਤਸਰ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਦੇ ਨਾਲ ਟੁੱਟੀ ਗੰਢੀ। ਮਾਈ ਭਾਗੋ ਇਸ ਯੁੱਧ ਵਿੱਚ ਜ਼ਖਮੀ ਹੋ ਗਏ ਸਨ। ਮਾਈ ਭਾਗੋ ਹਜੂਰ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਲੇ ਗਏ ਅਤੇ ਉਸ ਇਲਾਕੇ ਵਿੱਚ ਵਿਚਰਦੇ ਰਹੇ ਤੇ ਸਿੱਖੀ ਦਾ ਪ੍ਰਚਾਰ ਕੀਤਾ। ਉਹਨਾਂ ਬਿਦਰ ਕਰਨਾਟਕ ਦੇ ਇਲਾਕੇ ਵਿੱਚ ਨਾਨਕ ਝੀਰਾ ਦੇ ਕੋਲ ਲਗਭਗ 10 ਕਿਲੋਮੀਟਰ ਦੇ ਜਨਵਾੜੇ ਵਿੱਚ ਆਪਣਾ ਸਰੀਰ ਤਿਆਗਿਆ। ਉਹਨਾਂ ਦੇ ਨਾਂ ਤੇ ਗੁਰਦੁਆਰਾ ਮਾਤਾ ਭਾਗ ਕੌਰ ਸੁਸ਼ੋਭਿਤ ਹੈ। ਗੁਰਦੁਆਰਾ ਟਿੱਬੀ ਸਾਹਿਬ। ਇਹ ਗੁਰਦੁਆਰਾ ਸ਼ਹਿਰ ਤੋਂ ਤਕਰੀਬਨ 2 ਕਿਲੋਮੀਟਰ ਦੂਰ ਹੈ। ਇੱਥੇ ਰੇਤਲਾ ਉੱਚਾ ਟਿੱਬਾ ਸੀ ਅਤੇ ਜੰਗਲ ਸੀ। ਇੱਥੋਂ ਦਸ਼ਮ ਪਿਤਾ ਜੀ ਮੁਗਲ ਸੈਨਾ ਜੋ ਨਵਾਬ ਵਜ਼ੀਰ ਖਾਨ ਸੂਬਾ ਸਰਹੰਦ ਦੇ ਅਧੀਨ ਗੁਰੂ ਸਾਹਿਬ ਦਾ ਪਿੱਛਾ ਕਰਦੀ ਹੋਈ ਆਈ ਅਤੇ ਖਿਦਰਾਣੇ ਦੇ ਅਸਥਾਨ ਤੇ 40 ਮੁਕਤਿਆਂ ਦੇ ਨਾਲ ਲੜ ਰਹੀ ਸੀ, ਤਾਂ ਗੁਰੂ ਜੀ ਨੇ ਉੱਚੀ ਟਿੱਬੀ ਤੋਂ ਤੀਰ ਚਲਾਉਂਦੇ ਰਹੇ। ਇੱਥੇ ਗੁਰਦੁਆਰਾ ਟਿੱਬੀ ਸਾਹਿਬ ਸੁਸ਼ੋਭਿਤ ਹੋਇਆ। ਗੁਰਦੁਆਰਾ ਦਾਤਨਸਰ ਸਾਹਿਬ। ਇਹ ਗੁਰਦੁਆਰਾ ਟਿੱਬੀ ਸਾਹਿਬ ਤੋਂ ਅੱਧਾ ਕੁ ਕਿਲੋਮੀਟਰ ਦੂਰ ਹੈ। ਗੁਰੂ ਜੀ ਇਸ ਅਸਥਾਨ ਤੇ ਦਾਤਨ ਕੁਰਲਾ ਕਰਿਆ ਕਰਦੇ ਸਨ। ਇੱਕ ਦਿਨ ਗੁਰੂ ਜੀ ਦਾਤਨ ਕਰ ਰਹੇ ਸਨ ਕਿ ਅਚਾਨਕ ਘਟਨਾ ਵਾਪਰੀ ਕਿ ਇੱਕ ਗੱਦਾਰ ਮੁਸਲਮਾਨ ਨੂਰਦੀਨ, ਜੋ ਕਿ ਨਿਹੰਗ ਸਿੰਘ ਦੇ ਭੇਸ ਵਿੱਚ ਆਇਆ ਸੀ, ਉਸਨੇ ਪਿਛਲੇ ਪਾਸਿਓਂ ਦੀ ਹੋ ਕੇ ਗੁਰੂ ਜੀ ਤੇ ਤਲਵਾਰ ਚਲਾ ਦਿੱਤੀ। ਗੁਰੂ ਸਾਹਿਬ ਜੀ ਨੇ ਬੜੀ ਹੀ ਫੁਰਤੀ ਦੇ ਨਾਲ ਵਾਰ ਰੋਕ ਲਿਆ ਅਤੇ ਪਾਣੀ ਵਾਲਾ ਗੜਵਾ ਅਜਿਹਾ ਜ਼ੋਰ ਨਾਲ ਮਾਰਿਆ ਕਿ ਉਸ ਦਾ ਕੋਡਾ ਉੱਥੇ ਹੀ ਚਿੱਤ ਹੋ ਗਿਆ। ਇੱਥੇ ਗੁਰਦੁਆਰਾ ਦਾਤਨਸਰ ਸਾਹਿਬ ਸਥਿਤ ਹੈ। ਗੁਰਦੁਆਰਾ ਰਕਾਬਸਰ ਸਾਹਿਬ। ਇਹ ਗੁਰਦੁਆਰਾ ਟਿੱਬੀ ਸਾਹਿਬ ਦੇ ਨੇੜੇ ਹੈ। ਇੱਥੋਂ ਦਸ਼ਮੇਸ਼ ਪਿਤਾ ਜੀ ਖਿਦਰਾਣੇ ਦੀ ਰਣਭੂਮੀ ਵੱਲ ਚਾਲੇ ਪਾਉਣ ਦੇ ਲਈ ਘੋੜੇ ਤੇ ਚੜਨ ਲੱਗੇ ਤਾਂ ਰਕਾਬ ਟੁੱਟ ਗਈ। ਇਹ ਰਕਾਬ ਅੱਜ ਵੀ ਇੱਥੇ ਮੌਜੂਦ ਹੈ। ਇੱਥੇ ਗੁਰਦੁਆਰਾ ਰਕਾਬਸਰ ਸਾਹਿਬ ਬਣਿਆ ਹੋਇਆ ਹੈ। ਗੁਰਦੁਆਰਾ ਦੁੱਖ ਨਿਵਾਰਨ ਤਰਨਤਾਰਨ ਸਾਹਿਬ। ਇਹ ਗੁਰਦੁਆਰਾ ਬਠਿੰਡਾ ਰੋਡ ਤੇ ਸਥਿਤ ਹੈ। ਇੱਥੇ ਹਰ ਐਤਵਾਰ ਨੂੰ ਸੰਗਤਾਂ ਭਾਰੀ ਗਿਣਤੀ ਵਿੱਚ ਪਹੁੰਚ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਨੇ। ਸੀਨੇ ਬਸੀਨੇ ਚਲੇ ਆ ਰਹੇ ਇਤਿਹਾਸ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਤੋਂ ਰੁਪਾਣਾ ਨੂੰ ਜਾਂਦੇ ਹੋਏ ਇੱਥੇ ਰੁਕੇ ਸਨ। ਸਿੰਘਾਂ ਨੇ ਰੁਕਣ ਦਾ ਕਾਰਨ ਪੁੱਛਿਆ ਤਾਂ ਸਤਿਗੁਰਾਂ ਕਿਹਾ ਕਿ ਇਸ ਜਗ੍ਹਾ ਤੇ ਰਿਸ਼ੀ ਮੁਨੀ ਬਹੁਤ ਸਮਾਂ ਤਪ ਕਰਦੇ ਰਹੇ ਨੇ। ਇੱਥੇ ਸੁੰਦਰ ਅਸਥਾਨ ਬਣੇਗਾ ਅਤੇ ਇਹ ਜੋ ਛਪੜੀ ਹੈ ਇਹ ਸਰੋਵਰ ਬਣੇਗੀ, ਜਿਸ ਵਿੱਚ ਇਸ਼ਨਾਨ ਕਰਕੇ ਮਾਨਸਿਕ ਅਤੇ ਸਰੀਰਕ ਰੋਗ ਨਾਸ਼ ਹੋਣਗੇ। ਇਸ ਇਤਿਹਾਸ ਨੂੰ ਜਾਣ ਕੇ ਸੰਗਤਾਂ ਇੱਥੇ ਸਰੋਵਰ ਵਿੱਚ ਇਸ਼ਨਾਨ ਕਰਨ ਆਉਂਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਰੀਆਂ ਸੰਗਤਾਂ ਨੂੰ, ਗੁਰੂ ਨਾਨਕ ਨਾਮ ਲੇਵਾ ਸਾਰੀਆਂ ਸੰਗਤਾਂ ਨੂੰ, ਆਪ ਜੀ ਨੂੰ ਪਤਾ ਹਰ ਸਾਲ ਮਾਘੀ ਦੇ ਜੋੜ ਮੇਲੇ ਬੜੇ ਉਤਸ਼ਾਹ ਦੇ ਨਾਲ 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਜੋੜ ਮੇਲੇ ਭਰਦੇ ਨੇ, ਲੱਗਦੇ ਨੇ। ਇਸ ਵਾਰ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜੋ 13 ਨੂੰ ਲੋਹੜੀ ਹੈ, 15 ਤੋਂ ਅਖੰਡ ਪਾਠ ਆਰੰਭ ਹੋ ਕੇ
14-15 ਨੂੰ ਭੋਗ ਪੈਣਗੇ। ਉਹਨੋਂ ਬਾਅਦ ਵਿੱਚ ਨਿਹੰਗਾ ਸਿੰਘਾਂ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਵੱਲੋਂ ਨਗਰ ਕੀਰਤਨ ਸਜਾਏ ਜਾਣਗੇ, ਮਹੱਲੇ ਕੱਢੇ ਜਾਣਗੇ। ਇਸ ਜਗ੍ਹਾ ਤੇ ਖਲੋਤੇ ਹੋ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਪਾਤਸ਼ਾਹੀ 10ਵੇਂ ਸ੍ਰੀ ਮੁਕਤਸਰ ਸਾਹਿਬ। ਇਸ ਸਥਾਨ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਦੋਂ ਸ੍ਰੀ ਮੁਕਤਸਰ ਸਾਹਿਬ ਖਦਰਾਣੇ ਦੀ ਢਾਬ ਦੇ ਉੱਤੇ ਘਮਸਾਣ ਦਾ ਜੰਗ ਹੋਇਆ, ਜੰਗ ਤੋਂ ਬਾਅਦ ਵਿੱਚ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਸਤਿਗੁਰੂ ਮਹਾਰਾਜ ਬਿਰਾਜਮਾਨ ਨੇ ਜੰਗ ਦੀ ਸਮਾਪਤੀ ਤੋਂ ਬਾਅਦ ਸਿੰਘਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਇੱਥੇ ਜਲ ਦੀ ਬੜੀ ਘਾਟ ਆ, ਕਿਰਪਾ ਕਰੋ ਜਲ ਪ੍ਰਗਟ ਕਰੋ। ਸਤਿਗੁਰਾਂ ਨੇ ਸੰਗਤਾਂ ਦੀ ਬੇਨਤੀ ਮੰਨਦਿਆਂ ਹੋਇਆਂ, ਸਿੰਘਾਂ ਦੀ ਬੇਨਤੀ ਮੰਨਦਿਆਂ ਹੋਇਆਂ ਸਤਿਗੁਰੂ ਜੀ ਕਹਿੰਦੇ ਇੱਕ ਆਕਾਸ਼ ਵੱਲ ਤੀਰ ਅਸੀਂ ਚਲਾਵਾਂਗੇ। ਉਹ ਤੀਰ ਜਿਸ ਵੀ ਜਗ੍ਹਾ ਤੇ ਡਿੱਗੇਗਾ ਉੱਥੇ ਸੋਮਾ ਫੁੱਟੇਗਾ, ਮਿੱਠਾ ਜਲ ਪ੍ਰਗਟ ਹੋਵੇਗਾ। ਟਿੱਬੀ ਸਾਹਿਬ ਤੋਂ ਗੁਰੂ ਸਾਹਿਬ ਜੀ ਨੇ ਤੀਰ ਚਲਾਇਆ। ਇਸ ਸਥਾਨ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਵਿਖੇ ਜਿੱਥੇ ਖੂਹ ਸਾਹਿਬ ਬਿਰਾਜਮਾਨ ਹੈ ਉਸ ਜਗ੍ਹਾ ਤੇ ਡਿੱਗਿਆ। ਬੜਾ ਮਿੱਠਾ ਜਲ ਪ੍ਰਗਟ ਹੋਇਆ, ਠੰਡਾ ਜਲ ਪ੍ਰਗਟ ਹੋਇਆ। ਜੋ ਜੰਗ ਇਹ 21 ਵਿਸਾਖ ਨੂੰ ਜੰਗ ਹੋਇਆ ਇੱਥੇ ਸ੍ਰੀ ਮੁਕਤਸਰ ਸਾਹਿਬ। ਗਰਮੀ ਵੀ ਬਹੁਤ ਸੀ। ਸਤਿਗੁਰੂ ਜੀ ਨੇ ਇਸ ਖੂਹ ਨੂੰ ਅਨੇਕਾਂ ਵਰ ਦਿੱਤੇ। ਗੁਰੂ ਸਾਹਿਬ ਜੀ ਕਹਿੰਦੇ ਜੋ ਵੀ ਇਸ ਜਗ੍ਹਾ ਤੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਵੇਗਾ, 5 ਐਤਵਾਰ ਇਸ਼ਨਾਨ ਕਰੇਗਾ, ਉਹਦੇ ਸਰੀਰਕ ਦੁੱਖ ਦੂਰ ਹੋਣਗੇ। ਇਸ ਜਗ੍ਹਾ ਦੀ ਸੇਵਾ ਕਰਵਾ ਰਹੇ ਨੇ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਜੀ, ਮਿਸਲ ਸ਼ਹੀਦਾਂ ਤਰਨਾ ਦਾ ਸ੍ਰੀ ਬਾਬਾ ਬਕਾਲਾ ਸਾਹਿਬ। ਇਸ ਜਗ੍ਹਾ ਤੇ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਵਿਖੇ ਗੁਰਮਤਿ ਵਿਦਿਆਲਾ ਵੀ ਚੱਲ ਰਿਹਾ, ਜਿਸ ਵਿਦਿਆਲੇ ਦੇ ਵਿੱਚ ਬੱਚੇ ਆਪਣੇ ਗੁਰਮਤਿ ਦੀ ਪੜ੍ਹਾਈ ਦੁਨਿਆਵੀ ਵਿੱਦਿਆ ਪ੍ਰਾਪਤ ਕਰ ਰਹੇ ਨੇ, ਸ਼ਸਤਰ ਵਿੱਦਿਆ ਦੀ ਪ੍ਰਾਪਤੀ ਕਰ ਰਹੇ ਨੇ। 15 ਤਰੀਕ ਨੂੰ ਬਹੁਤ ਵੱਡਾ ਇਸ ਜਗ੍ਹਾ ਤੇ ਮੇਲਾ ਭਰੇਗਾ, ਇਕੱਠ ਹੋਵੇਗਾ। ਸਾਰੇ ਹੀ ਨਿਹੰਗ ਸਿੰਘ ਜਿੰਨੀਆਂ ਵੀ ਜਥੇਬੰਦੀਆਂ ਨੇ ਇੱਥੇ ਇਕੱਠੀਆਂ ਹੋਣਗੀਆਂ। ਇੱਥੇ ਹੀ ਸ਼ਸਤਰ ਵਿੱਦਿਆ ਦੀ ਜੋ ਰਿਕਾਰਡ ਦੌੜ ਹੋਵੇਗੀ। ਜੋ ਜੀਤ ਅਖਬਾਰ ਵਾਲੇ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਇਸ ਜਗ੍ਹਾ ਤੇ ਆਣ ਕੇ ਸ੍ਰੀ ਮੁਕਤਸਰ ਸਾਹਿਬ ਦੇ ਹਰ ਗੁਰੂ ਘਰ ਦੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਕਰਾ ਰਹੇ ਨੇ ਆਪਣੇ ਚੈਨਲ ਰਾਹੀਂ, ਅਖਬਾਰਾਂ ਰਾਹੀਂ। ਇਹਨਾਂ ਦਾ ਵੀ ਢਿੱਲੋਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਹਾਂ। ਸਾਡਾ ਬੜਾ ਪਿਆਰ ਆ, ਰਲ ਮਿਲ ਕੇ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਇਹ ਵੀ ਸਾਡੇ ਨਾਲ ਬੜਾ ਸਹਿਯੋਗ ਦਿੰਦੇ ਨੇ, ਜਿੱਥੇ ਵੀ ਇਹਨਾਂ ਦੀ ਲੋੜ ਹੁੰਦੀ ਉਸ ਜਗ੍ਹਾ ਤੇ ਪਹੁੰਚ ਜਾਂਦੇ ਨੇ। ਮੀਨਾਰੇ ਮੁਕਤਾ ਮਿੰਨੀ ਸਕੱਤਰਤ ਦੇ ਨੇੜੇ 40 ਮੁਕਤਿਆਂ ਦੀ ਯਾਦਗਾਰ ਮੀਨਾਰੇ ਮੁਕਤੇ 4 ਮਈ 2006 ਦੇ ਵਿੱਚ ਤਿਆਰ ਕੀਤੀ ਗਈ ਸੀ, ਜਿਸ ਵਿੱਚ 80 ਫੁੱਟ ਉੱਚਾ ਵਿਲੱਖਣ ਖੰਡਾ ਤਿਆਰ ਕੀਤਾ ਗਿਆ ਹੈ, ਜਿਸ ਤੇ 40 ਮੁਕਤਿਆਂ ਨੂੰ ਸਮਰਪਿਤ 40 ਗੋਲ ਚੱਕਰ ਨੇ ਅਤੇ ਯਾਦਗਾਰ ਤੇ 40 ਮੁਕਤਿਆਂ ਦੇ ਨਾਂ ਅੰਕਿਤ ਨੇ। ਇਸ ਤੋਂ ਇਲਾਵਾ ਸ਼ਹਿਰ ਨੂੰ ਆਉਣ ਵਾਲੀਆਂ ਮੁੱਖ ਸੜਕਾਂ ਤੇ ਭਾਈ ਦਾਨ ਸਿੰਘ, ਭਾਈ ਲੰਗਰ ਸਿੰਘ, ਭਾਈ ਮਾਹਾ ਸਿੰਘ ਅਤੇ ਮਾਤਾ ਭਾਗ ਕੌਰ ਦੇ ਨਾਂ ਤੇ ਯਾਦਗਾਰੀ ਗੇਟ ਵੀ ਉਸਾਰੇ ਗਏ ਨੇ। ਸ਼੍ਰੀ ਮੁਕਤਸਰ ਸਾਹਿਬ ਜੀ ਦੀ ਪਾਵਨ ਧਰਤੀ ਇਨ੍ਹਾਂ ਅਮਰ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜੀ ਹੋਈ ਹੈ, ਜਿਨ੍ਹਾਂ ਦੀ ਬਦੌਲਤ ਦਸ਼ਮ ਪਾਤਸ਼ਾਹ ਨੇ ਖਿਦਰਾਣੇ ਦੀ ਢਾਬ ਨੂੰ ਮੁਕਤੀ ਦਾ ਸਰ ਸ਼੍ਰੀ ਮੁਕਤਸਰ ਸਾਹਿਬ ਦਾ ਵਰਦਾਨ ਬਖਸ਼ਿਆ। ਵਾਹਿਗੁਰੂ ਸਤਨਾਮ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਸਮੇਂ ਸਾਡੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਬਲਵਿੰਦਰ ਸਿੰਘ ਮੌਜੂਦ ਹਨ, ਜੋ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁਰਦੁਆਰਿਆਂ ਸੰਬੰਧੀ ਜਾਣਕਾਰੀ ਦੇਣਗੇ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ, ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਟੁੱਟਿਆਂ ਨੂੰ ਆਪਣੇ ਨਾਲ ਜੋੜਿਆ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 14ਵੀਂ ਜੰਗ ਕੀਤੀ ਅਤੇ ਜਿੱਤ ਦੀ ਪ੍ਰਾਪਤੀ ਕੀਤੀ ਤੇ ਆਪਣੇ ਮਖਾਰਬਿੰਦ ਤੋਂ ਇਹ ਧਰਤੀ ਨੂੰ ਵਰਾਂ ਦੇ ਨਾਲ ਨਵਾਜਿਆ। ਖਿਦਰਾਣਾ ਕਰ ਮੁਕਤਸਾਰ ਮੁਕਤ ਮੁਕਤ ਸਭ ਕੀਨ, ਹੋਏ ਸਾਬਤ ਜੂਝੇ ਜਬੇ ਵੱਡੋ ਮਰਤਬੋ ਲੀਨ। ਇਹ ਇਤਿਹਾਸ ਥੋੜ੍ਹਾ ਜਿਹਾ
ਅਨੰਦਪੁਰ ਸਾਹਿਬ ਦੇ ਨਾਲ ਸੰਬੰਧਿਤ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ 1704 ਈਸਵੀ ਦੇ ਵਿੱਚ ਸਮੇਂ ਦੀ ਸਰਕਾਰ ਨੇ, ਪਹਾੜੀ ਰਾਜਿਆਂ ਨੇ ਲੰਮਾ ਘੇਰਾ ਪਾਇਆ, ਰਸਤਾਂ ਬਸਤਾਂ ਖਤਮ ਹੋ ਗਈਆਂ। ਸਿੰਘਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਜੀ ਨੂੰ ਅਨੰਦਪੁਰ ਸਾਹਿਬ ਨੂੰ ਛੱਡ ਜਾਈਏ, ਤੇ ਸਤਿਗੁਰੂ ਜੀ ਕਹਿਣ ਲੱਗੇ ਕੋਈ ਦਿਨ ਠਹਿਰ ਨਾ ਕਰੋ। ਇਸ ਗੱਲ ਤੋਂ ਸੰਵਾਦ ਹੋ ਗਿਆ ਸੀ ਤੇ ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਲਿਖ ਕੇ ਦੇ ਦਿਓ, ਨਾ ਤੂੰ ਸਾਡਾ ਗੁਰੂ ਨਾ ਹੀ ਤੇਰੇ ਸਿੰਘ। ਐਸਾ ਹੀ ਹੋਇਆ ਸੀ। ਇਹ ਸਿੰਘ ਮਾਝੇ ਦੀ ਧਰਤੀ ਦੇ ਵਿੱਚ ਜਾ ਕੇ ਜਦੋਂ ਵਿਚਰੇ, ਸੰਗਤਾਂ ਨੇ ਤਾਨੇ ਮਿਹਨੇ ਮਾਰੇ, ਸੋ ਵਿਮੁਖ ਹੋਏ ਰਾਮ ਤੇ ਲੱਗਣ ਜਨਮ ਜੋਗ, ਤੇ ਫਿਰ ਮਹਾਰਾਜ ਜੀ ਵਾਲੇ ਪਾਸੇ ਨੂੰ ਤਿਆਰੀ ਕੀਤੀ ਗਈ। ਉਸ ਤੋਂ ਉਪਰੰਤ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ। ਮਹਾਰਾਜ ਜੀ ਹੌਲੀ ਹੌਲੀ ਮੰਜ਼ਲਾਂ ਤੈਅ ਕਰਦੇ ਹੋਏ ਸਰਸਾ ਨਦੀ ਦਾ ਜੰਗ, ਸਰਸਾ ਦੇ ਉੱਤੇ ਜੰਗ ਹੋਇਆ, ਚਮਕੌਰ ਗੜ੍ਹੀ ਦਾ ਜੰਗ ਹੋਇਆ। ਉਪਰੰਤ ਮਹਾਰਾਜ ਜੀ ਮਾਲਵੇ ਦੇ ਵਿੱਚ ਆ ਗਏ ਤੇ ਸਤਿਗੁਰੂ ਮਹਾਰਾਜ ਜੀ ਨੂੰ ਕਿਸੇ ਨੇ ਦੱਸਿਆ ਮਹਾਰਾਜ ਜੀ ਆਪ ਜੀ ਨੂੰ ਫੜਨ ਵਾਸਤੇ ਵਜੀਦ ਖਾਂ ਫੌਜ ਲੈ ਕੇ ਆ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਜੇ ਵਜੀਦ ਖਾਂ ਫੌਜ ਲੈ ਕੇ ਆ ਰਿਹਾ, ਮਾਝੇ ਦੇ ਵੀ ਬਾਂਕੇ ਦਲੇਰ ਸਿੰਘ ਆ ਰਹੇ ਨੇ ਜਿਨ੍ਹਾਂ ਨੇ ਵਜੀਦ ਖਾਂ ਦੀ ਫੌਜ ਦਾ ਮੁਕਾਬਲਾ ਕਰਨਾ। ਭਾਈ ਦਾਨ ਸਿੰਘ ਦੀ ਸਲਾਹ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਇਹ ਜੰਗ ਕਿੱਥੇ ਕੀਤੀ ਜਾਵੇ, ਤੇ ਭਾਈ ਦਾਨ ਸਿੰਘ ਜੀ ਕਹਿਣ ਲੱਗੇ ਮਹਾਰਾਜ ਖਿਦਰਾਣੇ ਦੀ ਢਾਬ ਵੱਜਦੀ ਹੈ। ਖਿਦਰਾਣਾ, ਰਪਾਣਾ ਤੇ ਤਗਾਣਾ 3 ਭਰਾ ਸੀ ਜਲਾਲਾਬਾਦ ਦੇ। ਇਹ ਖਿਦਰਾਣੇ ਨੂੰ ਵੰਡ ਆਈ ਹੋਈ ਸੀ। ਮਹਾਰਾਜ ਜੀ ਉੱਥੇ ਉੱਚਾ ਵੱਡਾ ਟਿੱਬਾ, ਮਹਾਰਾਜ ਜੀ ਆਪ ਜੀ ਉਸ ਦੇ ਉੱਤੇ ਖਲੋ ਕੇ ਤੀਰ ਮਾਰਿਓ, ਅਸੀਂ ਜੰਗ ਕਰਾਂਗੇ। ਸਤਿਗੁਰੂ ਮਹਾਰਾਜ ਜੀ ਨੇ ਭਾਈ ਦਾਨ ਸਿੰਘ ਦੀ ਸਲਾਹ ਦੇ ਨਾਲ ਇਸ ਪਾਸੇ ਨੂੰ ਚਾਲਾ ਪਾ ਦਿੱਤਾ, ਤੇ ਮਾਝੇ ਦੇ ਸਿੰਘ ਜਿਹੜੇ ਮਹਾਰਾਜ ਜੀ ਨੂੰ ਕਿਸ ਸਮੇਂ ਬਦਾਵਾ ਲਿਖ ਕੇ ਦਿੱਤਾ ਸੀ, ਉਹ ਵੀ ਮਹਾਰਾਜ ਜੀ ਨੂੰ ਇਸ ਢਾਬ ਦੇ ਉੱਤੇ ਆਣ ਮਿਲੇ। ਸਤਿਗੁਰੂ ਜੀ ਨੇ ਆਪਣੀਆਂ ਫੌਜਾਂ ਨੂੰ ਜਲ ਛਕਾ ਕੇ ਟਿੱਬੀ ਸਾਹਿਬ ਵਾਲੇ ਪਾਵਨ ਸਥਾਨ 'ਤੇ ਮੋਰਚਾਬੰਦੀ ਕੀਤੀ ਸੀ। ਜਿਹੜੇ ਮਾਝੇ ਦੇ ਸਿੰਘ ਸੀ ਜਦੋਂ ਢਾਬ 'ਤੇ ਆਏ, ਥੋੜ੍ਹਾ ਜਿਹਾ ਪਾਣੀ ਸੀ, ਜਲ ਛਕ ਕੇ ਉਹਨਾਂ ਨੇ ਜਿੱਥੇ ਗੁਰਦੁਆਰਾ ਤੰਬੂ ਸਾਹਿਬ ਬਣਿਆ ਹੋਇਆ ਹੈ, ਝਾੜਾਂ ਤੇ ਕਰੀਰਾਂ ਦੇ ਉੱਤੇ ਆਪਣੇ ਚਾਦਰੇ ਅਤੇ ਕਛਹਿਰੇ ਪਾਏ ਕਿ ਮੁਗਲਾਂ ਦੀ ਫੌਜ ਨੂੰ ਪਤਾ ਲੱਗ ਜਾਵੇ ਖਾਲਸੇ ਦੀ ਫੌਜ ਦਾ ਉਤਾਰਾ ਇੱਥੇ ਹੈ। ਜਦੋਂ ਵਜੀਦ ਖਾਂ ਫੌਜ ਲੈ ਕੇ ਆਇਆ, ਨਾਲ ਕਪੂਰਾ ਵੀ ਸੀ। ਭਾਵੇਂ ਵਜੀਦ ਖਾਂ ਨੂੰ ਪਤਾ ਲੱਗ ਗਿਆ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉੱਚੇ ਟਿੱਬੇ 'ਤੇ ਨੇ, ਫੌਜਾਂ ਨੂੰ ਤੇਲ ਲੱਗੀ। ਉਸ ਸਮੇਂ 21 ਵਿਸਾਖ ਵਾਲਾ ਦਿਨ ਸੀ, ਤੇ ਕਪੂਰਾ ਕਹਿਣ ਲੱਗਾ ਕਿ ਢਾਬ ਤੋਂ ਜਲ ਛਕ ਲਿਆ ਜਾਵੇ। ਜਦੋਂ ਫੌਜਾਂ ਢਾਬ ਵਾਲੇ ਪਾਸੇ ਨੂੰ ਆਈਆਂ, ਸਿੰਘ ਜੰਗ ਦੇ ਬਰੇ ਕਰਈਏ ਸਨ। ਇਹਨਾਂ ਢਾਬ ਦੇ ਕਿਨਾਰੇ ਦੇ ਉੱਤੇ ਮੋਰਚੇ ਬਣਾਏ ਹੋਏ ਸੀ। ਇਹਨਾਂ ਦੇ ਪਾਸ ਤੋੜੇਦਾਰ ਰਫਲਾਂ ਸੀ। ਇੱਕੋ ਵਾਰੀ ਇਹਨਾਂ ਨੇ ਤੋੜੇਦਾਰ ਰਫਲਾਂ ਦੇ ਫੈਲ ਕੀਤੇ। ਸੋ ਫੈਲ ਕਰਨ ਦੇ ਨਾਲ ਅਤੇ ਜਿਹੜਾ ਫੌਜ ਦਾ ਸੀ ਭਾਰੀ ਨੁਕਸਾਨ ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਅੱਧੀ ਇੱਕ ਫੌਜ ਜਿਹੜੀ ਉਸ ਸਮੇਂ ਹੀ ਮਾਰੀ ਗਈ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਲੱਗ ਗਿਆ ਕਿ ਜੰਗ ਹੋਣ ਲੱਗ ਪਿਆ ਹੈ। ਸਤਿਗੁਰੂ ਜੀ ਨੇ ਆਪਣਾ ਧਨੁੱਛ ਬਾਣ ਸੰਭਾਲਿਆ, ਇੱਕੇ ਵਾਰੀ ਤੰਦੀ ਤੇ ਚੜਾ ਕੇ ਕਈ ਤੀਰ ਛੱਡੇ। ਉਸ ਤੋਂ ਉਪਰੰਤ ਜਿਹੜਾ ਭਾਈ ਮਾਹ ਸਿੰਘ ਦੀ ਮਾਰ ਹੇਠ ਅੱਲਾ ਬਖਸ਼ ਖਾਂ ਜਰਨੈਲ ਆ ਗਿਆ। ਭਾਈ ਮਾਹ ਸਿੰਘ ਨੇ ਦੱਖਣ ਦੀ ਬਾਈ ਵਾਲੇ ਪਾਸੇ ਨੂੰ ਘੋੜਾ ਕੱਢਿਆ, ਤੇ ਕਪੂਰਾ ਤੇ ਵਜੀਦ ਖਾਂ ਤੇ ਅੱਲਾ ਬਖਸ਼ ਖਾਂ ਜਰਨੈਲ ਖਲੋਤੇ ਹੋਏ ਸੀ। ਭਾਈ ਮਾਹ ਸਿੰਘ ਨੇ ਆਪਣੀ ਤੇਗ ਅੱਲਾ ਬਖਸ਼ ਖਾਂ ਜਰਨੈਲ ਦੇ ਮਾਰੀ। ਵਜੀਦ ਖਾਂ ਨੇ ਵੱਜਦੀ ਹੋਈ ਤੇਗ ਵੇਖੀ ਅਤੇ ਆਪਣੇ ਘੋੜੇ ਨੂੰ ਅੱਡੀ ਲਾ ਲਈ। ਭੱਜ ਉੱਠਿਆ ਤੇ ਫੌਜਾਂ ਪਿੱਛੇ ਭੱਜ ਉੱਠੀਆਂ। ਸਮਾਂ ਵਾਰ ਜਿਹੜਾ ਇਹ ਭਾਈ ਮਾਹ ਸਿੰਘ ਦੀ ਵੱਖੀ ਦੇ ਵਿੱਚ ਵੱਜਿਆ ਹੈ, ਉਹ ਧਰਤੀ ਦੇ ਉੱਤੇ ਲੰਮੇ ਪੈ ਗਏ। ਸਤਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ, ਸਤਿਗੁਰੂ ਜੀ ਖੀਰਲੇ ਸਵਾਸ ਨੇ ਕਿਰਪਾ ਕਰਕੇ ਆਣ ਕੇ ਦਰਸ਼ਨ ਦੇਵੋ। ਸਤਿਗੁਰੂ ਜੀ ਸਮਰੱਥ ਸਨ। ਸੇਵਕ ਦੀ ਬੇਨਤੀ ਪ੍ਰਵਾਨ ਹੋਈ। ਮਹਾਰਾਜ ਜੀ ਘੋੜੇ ਤੇ ਚੜ੍ਹਨ ਲੱਗੇ, ਰਕਾਬ ਟੁੱਟ ਗਈ। ਉੱਥੇ ਗੁਰਦੁਆਰਾ ਰਕਾਬ ਸਾਹਿਬ ਬਣਿਆ ਹੋਇਆ ਹੈ। ਸਤਿਗੁਰੂ ਜੀ ਨੇ ਆਣ ਕੇ ਵਣ ਦੇ ਨਾਲ ਘੋੜਾ ਬੰਨਿਆ, ਵਰ ਦਿੱਤਾ ਮੇਰਾ 20 ਹਜ਼ਾਰੀ 30 ਹਜ਼ਾਰੀ 80 ਹਜ਼ਾਰੀ। ਸਿੰਘ ਨੇ ਅੱਗੇ ਵੇਖਿਆ ਭਾਈ ਮਾਹ ਸਿੰਘ ਦੇ ਸਵਾਸ ਚੱਲ ਰਹੇ ਸਨ। ਉਹਨਾਂ ਦਾ ਸੀਸ ਮਹਾਰਾਜ ਜੀ ਨੇ ਆਪਣੀ ਗੋਦੀ ਦੇ ਵਿੱਚ ਰੱਖ ਕੇ ਮੁਖ ਦੇ ਵਿੱਚ ਜਲ ਪਾਇਆ। ਭਾਈ ਮਾਹ ਸਿੰਘ ਜੀ ਮੈਂ ਆ ਗਿਆ, ਮੰਗ ਜੋ ਮੰਗਣਾ, ਰਾਜ ਮੰਗਲਾ, ਸਾਜ ਮੰਗਲਾ, ਮੁਕਤੀ ਮੰਗਲਾ। ਭਾਈ ਮਾਹ ਸਿੰਘ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨਪ੍ਰੀਤ ਚਰਨ ਕਮਲਾਰੇ। ਟੁੱਟੇ ਹੋ ਮਹਾਰਾਜ ਬਦਾਵੇ ਵਾਲਾ, ਕਾਗਜ਼ ਪਾੜ ਕੇ ਟੁੱਟਿਆਂ ਨੂੰ ਜੋੜਨਾ ਕਰੋ। ਤੇ ਸਤਿਗੁਰੂ ਮਹਾਰਾਜ ਜੀ ਬੜੇ ਪ੍ਰੇਮ ਰਸ ਦੇ ਘਰ ਦੇ ਵਿੱਚ ਆਏ, ਤੇ ਸਤਿਗੁਰੂ ਮਹਾਰਾਜ ਜੀ ਨੇ ਬੇਨਤੀ ਪ੍ਰਵਾਨ ਕਰਕੇ ਬਦਾਵਾ ਇੱਥੇ ਚਾਹ ਕੀਤਾ, ਪੜ ਦਿੱਤਾ, ਤੇ ਆਪਣੇ ਮਖਾਰਬਿੰਦ ਤੋਂ ਇਸ ਪਾਵਨ ਸਥਾਨ ਨੂੰ ਨਵਾਜਿਆ। ਖਿਦਰਾਣਾ ਕਰ ਮੁਕਤ ਸਾਰ ਮੁਕਤ ਮੁਕਤ ਸਬਕੀਨ ਹੋਏ ਸਾਬਤ ਜੂਝੇ ਜੱਬੇ ਵੱਡੋ ਮੁਰਤ ਬੋਲੀਨ। ਅੱਜ ਤੋਂ ਖਿਦਰਾਣੇ ਦੀ ਢਾਬਨੀ ਮੁਕਤੀ ਦਾ ਕੇਂਦਰ ਬਣ ਗਿਆ ਹੈ। ਜੋ ਜੀ ਮਨੁੱਖ ਜਿਹੜਾ ਇੱਥੇ ਇਸ਼ਨਾਨ ਕਰੇਗਾ, ਸਤਿਗੁਰੂ ਜੀ ਕਹਿੰਦੇ ਸ਼ਰਧਾ ਦੇ ਨਾਲ ਮਾਘ ਦੇ ਮਹੀਨੇ ਦੀ ਪਹਿਲੀ ਨੂੰ ਇਸ਼ਨਾਨ ਕਰੇਗਾ, ਮੁਕਤ ਹੋ ਜਾਇਆ ਕਰੇਗਾ। ਇਸ ਪ੍ਰਕਾਰ ਦੇ ਨਾਲ ਜਿਹੜੀ ਮਹਾਰਾਜ ਦੀ ਨਾਲ ਬਰਾੜਾਂ ਦੀ ਫੌਜ ਸੀ, ਉਹਨਾਂ ਨੇ ਮਾਤਾ ਭਾਗ ਕੌਰ ਜੀ ਨੂੰ ਚੁੱਕ ਕੇ ਲਿਆਂਦਾ, ਤੇ ਮਾਤਾ ਭਾਗ ਕੌਰ ਜੀ ਨੇ ਵੀ ਬੇਨਤੀ ਕੀਤੀ, ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਬਖਸ਼ ਲੈਣਾ। ਸਤਿਗੁਰੂ ਜੀ ਕਹਿੰਦੇ ਇਕੱਲੇ ਬਖਸ਼ਿਆ ਹੀ ਨਹੀਂ, ਆ ਮੁਕਤ ਅਵਰਾ ਮੁਕਤ ਕਰਾਵੇ, ਮੁਕਤ ਕਰ ਦਿੱਤੇ ਨੇ, ਹੋਰਾਂ ਨੂੰ ਵੀ ਮੁਕਤ ਕਰਵਾਉਣ ਦੇ ਸਮਰੱਥ ਹੋਣਗੇ। ਐਉਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ
ਭਾਈ ਮਾਹ ਸਿੰਘ ਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਉਹਨਾਂ ਦੇ ਸਵਾਲ ਵਿੱਚ ਹੀ ਸਿਮਟ ਕਰ ਲਏ। ਉਪਰੰਤ ਜੋ ਮਹਾਰਾਜ ਜੀ ਦੇ ਨਾਲ ਬਰਾੜਾਂ ਦੀਆਂ ਫੌਜਾਂ ਸੀ, ਸਾਰੇ ਸਰੀਰ ਸਿੰਘਾਂ ਦੇ ਇਕੱਠੇ ਕਰਵਾ ਕੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸਤਿਗੁਰੂ ਜੀ ਨੇ ਸ਼ਾਮ ਨੂੰ ਆਪ ਸੰਸਕਾਰ ਕਰ ਦਿੱਤਾ। ਤੇ ਰਾਤ ਨੂੰ ਮਹਾਰਾਜ ਜੀ ਦਾ ਦੀਵਾਨ ਜਿਹੜਾ ਟਿੱਬੀ ਸਾਹਿਬ ਸੀ, ਅੰਮ੍ਰਿਤ ਵੇਲੇ ਉੱਠ ਕੇ ਮਹਾਰਾਜ ਜੀ ਲਹਿੰਦੇ ਵਾਲੇ ਪਾਸੇ ਨੂੰ ਗਏ। ਮਹਾਰਾਜ ਜੀ ਸੋ ਗੁਰੂ ਕੇ ਪਿਆਰਿਓ ਜੰਗਲ ਮੈਦਾਨ ਜਾ ਕਰਕੇ ਦਾਤਨ ਕਰ ਰਹੇ ਸੀ। ਪਿੱਛੇ ਦੀ ਹੋ ਕੇ ਨੂਰਦੀਨ ਸਿਪਾਹੀ ਵਜੀਦ ਖਾਨ ਦਾ ਸੀ, ਜਿਸ ਨੇ ਸਤਿਗੁਰੂ ਜੀ ਤੋਂ ਪਹਿਲਾਂ ਨਾਮ ਪ੍ਰਾਪਤ ਕੀਤਾ ਹੋਇਆ ਸੀ, ਭਾਵੇਂ ਗੁਰੂ ਸਾਹਿਬ ਨੂੰ ਮਾਰ ਦੇਵਾਂ ਤੇ ਭਾਵੇਂ ਮੈਨੂੰ ਗੁਰੂ ਸਾਹਿਬ ਮਾਰ ਦੇਣ, ਮੈਨੂੰ ਨਾਮ ਪਹਿਲਾਂ ਦਿੱਤਾ ਜਾਵੇ। ਸਤਿਗੁਰੂ ਨੇ ਪਿੱਛੋਂ ਦੀ ਹੋ ਕੇ ਤਲਵਾਰ ਮਾਰਨ ਲੱਗਾ। ਮਹਾਰਾਜ ਜੀ ਬੜੇ ਬਲੀ ਬਹਾਦਰ ਸਨ, ਉਹਨਾਂ ਹੱਥ ਵਾਲਾ ਗੜਵਾ ਮਾਰਿਆ, ਮਰ ਗਿਆ। ਸਤਿਗੁਰੂ ਜੀ ਕਹਿਣ ਲੱਗੇ ਜੇ ਅੱਗੋਂ ਦੀ ਹੋ ਕੇ ਆਉਂਦਾ ਮੁਕਤ ਕਰਦੇ। ਬੜਾ ਇਕਰਤ ਘਣ ਸੀ, ਇਹ ਜੁੱਤੀਆਂ ਦੇ ਲੈਕ ਸੀ, ਪਿੱਛੋਂ ਦੀ ਹੋ ਕੇ ਆਇਆ। ਐਸੇ ਬਚਨ ਮਹਾਰਾਜ ਜੀ ਨੇ ਸੋ ਗੁਰੂ ਕੇ ਪਿਆਰਿਓ ਸੋ ਵੈਸੇ ਕਰ ਦਿੱਤੇ। ਤੇ ਜਿਹੜਾ ਵੀ ਕੋਈ ਵੀ ਜਾਂ ਮਹਾਰਾਜ ਜੀ ਨੇ ਉਹਨੂੰ ਵਰ ਜਾਂ ਸਰਾਪ ਨਹੀਂ ਦਿੱਤਾ। ਕੁਦਰਤੀ ਮਹਾਰਾਜ ਜੀ ਦੇ ਮੁਖ ਦੇ ਵਿੱਚੋਂ ਐਸਾ ਬਚਨ ਨਿਕਲ ਗਿਆ, ਸਿੰਘਾਂ ਨੇ ਟੋਆ ਪੁੱਟ ਕੇ ਨੱਪ ਦਿੱਤਾ। ਉਹਦੀ ਕਬਰ ਦੇ ਉੱਤੇ ਅੱਜ ਤੱਕ ਜਿਹੜੀਆਂ ਜੁੱਤੀਆਂ ਪੈਂਦੀਆਂ ਹਨ। ਉਪਰੰਤ ਮਹਾਰਾਜ ਨੇ ਟਿੱਬੀ ਸਾਹਿਬ ਵਿਖੇ ਹੀ ਦੀਵਾਨ ਸਜਾਇਆ। ਉਸ ਤੋਂ ਉਪਰੰਤ ਮਹਾਰਾਜ ਜੀ ਫਿਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਆਏ। ਮਹਾਰਾਜ ਜੀ ਨੇ ਕੱਚਾ ਥੜਾ ਬਣਾ ਕੇ ਸ਼ਹੀਦਗੰਜ ਸਾਹਿਬ ਵਿਖੇ ਪੁੱਤਰ ਗੰਜ ਸ਼ਹੀਦਨ ਘੇਰਾ ਇਸ ਧਰਤੀ ਨੂੰ ਵਰ ਦਿੰਦੇ ਹੋਏ ਹੌਲੀ ਹੌਲੀ ਸਤਿਗੁਰੂ ਜੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਇੱਥੋਂ ਦਮਦਮੇ ਸਾਹਿਬ ਵਾਲੇ ਪਾਸੇ ਨੂੰ ਪੰਧਾਰ ਗਏ। ਸੰਖੇਪ ਇਤਿਹਾਸ ਸੰਗਤ ਜੀ ਸ੍ਰੀ ਦਰਬਾਰ ਸਾਹਿਬ ਮੁਕਤਸਰ ਦਾ ਹੈ। ਇਹ ਜੰਗ 1705 ਈਸਵੀ ਨੂੰ 21 ਵਿਸਾਖ ਨੂੰ ਹੋਈ ਸੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਚਨਾਂ ਦੇ ਅਨੁਸਾਰ ਜੋੜ ਮੇਲਾ 40 ਮੁਕਤਿਆਂ ਦੀ ਯਾਦ ਦੇ ਵਿੱਚ ਸੋ ਮਾਘ ਮੱਜਣ ਸਿੰਘ ਸਾਧੂਆਂ ਧੂੜੀ ਕਰ ਇਸ਼ਨਾਨ ਇੱਕ ਮਾਘ ਨੂੰ ਭਰਦਾ ਹੈ। ਕਿਉਂ ਕਿ ਹਰਿਦੁਆਰ ਦੇ ਵਿੱਚ ਕੁੰਭ ਦਾ ਮੇਲਾ 12 ਸਾਲਾਂ ਪਿੱਛੋਂ ਲੱਗਦਾ ਹੈ। ਜੋ ਇਸ਼ਨਾਨ ਕਰੇ, ਦਰਸ਼ਨ ਕਰੇ, ਮੁਕਤ ਹੋ ਜਾਂਦਾ ਹੈ। 6 ਸਾਲਾਂ ਪਿੱਛੋਂ ਕੁੰਭੀ ਲੱਗਦੀ ਹੈ। ਮਹਾਰਾਜ ਜੀ ਨੇ ਕਿਹਾ ਹੈ ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹ ਵੀ ਮੁਕਤ ਹੋ ਜਾਇਆ ਕਰੇਗਾ। ਸਤਿਗੁਰੂ ਜੀ ਕਹਿੰਦੇ ਇੱਕ ਮਾਘ ਵਾਲੇ ਦਿਨ ਮਨੁੱਖ ਤਾਂ ਇੱਕ ਪਾਸੇ ਰਹੇ, ਕੋਈ ਜਾਨਵਰ ਸਰੋਵਰ ਦੇ ਉੱਤੋਂ ਦੀ ਲੰਘ ਜਾਵੇ ਉਹ ਵੀ ਮੁਕਤ ਹੋ ਜਾਵੇਗਾ। ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਦੇ ਅਨੁਸਾਰ ਹੀ ਇੱਕ ਮਾਘ ਨੂੰ ਜੋੜ ਮੇਲਾ ਮਾਘੀ ਦੇ ਜਿਹੜਾ ਹੈ 40 ਮੁਕਤਿਆਂ ਦੀ ਯਾਦ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਹਨ ਹਾਜ਼ਰੀ ਭਰਦੀਆਂ ਨੇ ਤੇ ਉਹਨਾਂ ਦੀਆਂ ਸਾਰੀਆਂ ਹੀ ਸ਼ਰਧਾ ਵੀ ਸੰਪੂਰਨ ਹੁੰਦੀਆਂ ਹਨ। ਤੇ ਜੋੜ ਮੇਲੇ ਤੇ ਜਿਹੜੇ ਵੀ ਯਾਤਰੂ ਆਉਂਦੇ ਨੇ ਦਰਬਾਰ ਸਾਹਿਬ ਵੱਲੋਂ ਉਹਨਾਂ ਦਾ ਰਹਿائش ਵਾਸਤੇ, ਲੰਗਰ ਵਾਸਤੇ ਸ੍ਰੀ ਦਰਬਾਰ ਸਾਹਿਬ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ। ਸੰਖੇਪ ਇਤਿਹਾਸ ਸ੍ਰੀ ਦਰਬਾਰ ਸਾਹਿਬ ਮੁਕਤਸਰ ਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਬਲਵਿੰਦਰ ਸਿੰਘ, ਜਿਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਹੁਣ ਤੁਸੀਂ ਕੈਮਰਾ ਪਰਸਨ ਬਲਕਰਨ ਸਿੰਘ ਖਾਰਾ ਦੇ ਨਾਲ ਰਣਜੀਤ ਸਿੰਘ ਢਿੱਲੋਂ ਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।